ਨਮਸਕਾਰ। ਮੈਂ ਆਪਣੀ ਗੱਲ ਨੂੰ 1906 ਤੋਂ ਸ਼ੁਰੂ ਕਰਾਂਗਾ। 1906 ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਹੱਥ ਰਕਸ਼ੇ ਵਾਲਾ ਇੱਕ ਸਵਾਰੀ ਨੂੰ ਰਕਸ਼ੇ ਤੇ ਖਿੱਚ ਰਿਹਾ ਸੀ ਤੇ ਉਹਨੇ ਦੇਖੋ ਪਿੱਛੇ ਦੇਖਿਆ ਤੇ ਰਿਕਸ਼ੇ ਦੇ ਉੱਪਰ ਬੈਠਾ ਹੋਇਆ ਵਿਅਕਤੀ ਸੂਟ ਬੂਟ ਪਾ ਕੇ ਇੱਕ ਸ਼ਰਾਬ ਪੀ ਰਿਹਾ ਸੀ। ਉਸ ਰਕਸ਼ੇ ਚਲਾਉਣ ਵਾਲੇ ਨੇ ਆਪਣਾ ਰਿਕਸ਼ਾ ਉੱਥੇ ਰੋਕਿਆ ਤੇ ਉਸ ਸੂਟ ਬੂਟ ਵਾਲੇ ਸਾਹਿਬ ਨੂੰ ਕਿਹਾ, ਸਾਹਿਬ ਇਸ ਰਕਸ਼ੇ ਤੋਂ ਉਤਰ ਜਾਓ ਤੇ ਜਾਂ ਇਹ ਸ਼ਰਾਬ ਦੀ ਬੋਤਲ ਬਾਹਰ ਸਿੱਟ ਦਿਓ। ਰਿਕਸ਼ੇ ਦੇ ਵਿੱਚ ਬੈਠਾ ਬੰਦਾ ਸੂਟ ਬੂਟ ਬੜਾ ਹੈਰਾਨ ਹੋ ਗਿਆ। ਉਹਨੇ ਕਿਹਾ ਵੀ ਮੈਂ ਤੈਨੂੰ ਰਕਸ਼ੇ ਤੇ ਬੈਠਣ ਦੇ 2 ਆਨੇ ਦੇ ਰਿਹਾ ਤੇ ਤੂੰ ਮੈਨੂੰ ਕਿਉਂ ਉਤਾਰ ਰਿਹਾ? ਮੈਂ ਰਕਸ਼ੇ ਤੇ ਬੈਠ ਕੇ ਜੋ ਮਰਜ਼ੀ ਕਰਾਂ। ਤਾਂ ਉਸ ਰਕਸ਼ਾ ਚਾਲਕ ਨੇ ਕਿਹਾ, ਸਾਹਿਬ ਤੁਸੀਂ 2 ਆਨੇ ਛੱਡ ਕੇ ਮੈਨੂੰ 1 ਰੁਪਇਆ ਵੀ ਦਿਓਗੇ ਤਾਂ ਵੀ ਮੈਂ ਆਪਣੇ ਰਕਸ਼ੇ ਦੇ ਉੱਪਰ ਇੱਕ ਵਿਦੇਸ਼ੀ ਸ਼ਰਾਬ ਨੂੰ ਪੀਣ ਦੀ ਇਜਾਜ਼ਤ ਨਹੀਂ ਦੇਵਾਂਗਾ। ਜੇ ਤੁਸੀਂ ਮੇਰੇ ਰਕਸ਼ੇ ਤੇ ਬੈਠਣਾ ਤੇ ਸ਼ਰਾਬ ਦੀ ਬੋਤਲ ਨੂੰ ਸਿੱਟੋ, ਇਹ ਵਿਦੇਸ਼ੀ ਸ਼ਰਾਬ ਹੈ, ਅਸੀਂ ਵਿਦੇਸ਼ੀਆਂ ਦਾ ਬਾਈਕਾਟ ਕਰ ਰਹੇ ਹਾਂ। 1906 ਦੇ ਵਿੱਚ ਬੰਗਾਲ ਵਿਭਾਜਨ ਦੇ ਵੇਲੇ ਸਾਡੇ ਰਾਸ਼ਟਰੀ ਨੇਤਾਵਾਂ ਨੇ ਉਸ ਸਮੇਂ ਵਿਦੇਸ਼ੀ ਚੀਜ਼ਾਂ ਦੀ ਹੋਲੀ ਜਲਾਈ ਸੀ, ਵਿਦੇਸ਼ੀ ਚੀਜ਼ਾਂ ਦਾ ਬਹਿਸ਼ਕਾਰ ਕੀਤਾ ਸੀ ਔਰ ਬੜਾ ਕਾਮਯਾਬ ਰਿਹਾ ਸੀ। ਮਜਬੂਰ ਹੋ ਕੇ 1911 ਦੇ ਵਿੱਚ ਸਰਕਾਰ ਨੇ ਬੰਗਾਲ ਵਿਭਾਜਨ ਵਾਪਸ ਲੈ ਲਿਆ ਸੀ। ਦੋਸਤੋ, ਇਹ ਕੋਈ ਵਿਦੇਸ਼ੀ ਚੀਜ਼ਾਂ ਦਾ ਬਹਿਸ਼ਕਾਰ ਦਾ ਆਹਵਾਨ ਜਿਹੜਾ ਹੋਇਆ, ਇਹਦੇ ਪਿੱਛੇ ਸਟੋਰੀ ਸਾਨੂੰ ਸਾਰੀ ਧਿਆਨ 'ਚ ਰੱਖਣੀ ਚਾਹੀਦੀ ਹੈ। ਇਹ 20 ਸ਼ਹੀਦਾਂ ਨੂੰ, ਸਾਡੇ ਨੌਜਵਾਨਾਂ ਨੂੰ ਜੋ ਚਾਈਨਾ ਨੇ ਲੱਦਾਖ 'ਚ ਸ਼ਹੀਦ ਕੀਤਾ, ਇਹ ਗੱਲ ਉੱਥੇ ਨਹੀਂ ਰੁਕਦੀ। ਇਸ ਤੋਂ ਪੁਰਾਣੀ ਸਟੋਰੀ ਵੀ ਸਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ। ਸਾਡੇ ਸ਼ਹੀਦਾਂ ਨੇ, ਸਾਡੇ ਜਵਾਨਾਂ ਨੇ ਆਪਣੀ ਜਾਨ ਦੇ ਕੇ ਵੀ ਭਾਰਤ ਮਾਤਾ ਦੀ 1-1 ਇੰਚ ਦੀ ਰੱਖਿਆ ਕੀਤੀ। ਉਹਨਾਂ ਨੂੰ ਮੇਰਾ ਨਮਨ ਹੈ, ਉਸ ਪਰਿਵਾਰ ਨੂੰ ਮੇਰਾ ਨਮਨ ਹੈ ਜਿਸ 20 ਜਵਾਨਾਂ ਨੇ ਸਾਡੇ ਨੇ ਲੱਦਾਖ ਦੇ ਵਿੱਚ ਕੱਲ੍ਹ ਪਰਸੋਂ ਸ਼ਹੀਦੀ ਦਿੱਤੀ। ਦੋਸਤੋ, 1955 ਦੇ ਆਸ-ਪਾਸ ਚਾਈਨਾ ਨੇ ਸਾਡੇ ਪੜੋਸੀ ਦੇਸ਼ ਤਿੱਬਤ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸਾਡੀ ਸਰਕਾਰ ਉਸ ਸਮੇਂ ਸੁੱਤੀ ਰਹਿ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਤਿੱਬਤ 'ਤੇ ਕਬਜ਼ਾ ਕਰਨ ਵਾਸਤੇ, ਤਿੱਬਤ ਦੇ ਰੋਡ ਬਣਾਉਣ ਵਾਸਤੇ ਚਾਈਨਾ ਨੇ ਜੋ ਵੀ ਸਮਾਨ ਭੇਜਿਆ ਉਹ ਕਲਕੱਤਾ ਦੀ ਪੋਰਟ ਤੋਂ ਆਇਆ, ਕਲਕੱਤਾ ਦੀ ਬੰਦਰਗਾਹ ਤੋਂ ਬਾਈ ਰੋਡ ਸਿੱਕਮ ਦੇ ਰਸਤੇ 'ਤੇ ਤਿੱਬਤ ਗਿਆ ਸੀ। ਔਰ ਸਾਡੀ ਸਰਕਾਰ ਬਿਲਕੁਲ ਸੁੱਤੀ ਰਹਿ ਗਈ ਕਿ ਚਾਈਨਾ ਐਡਾ ਵੱਡਾ ਕੰਮ ਸਾਡੀ ਕਲਕੱਤਾ ਏਅਰਪੋਰਟ ਨੂੰ ਕਲਕੱਤਾ ਦੀ ਬੰਦਰਗਾਹ ਨੂੰ ਯੂਜ਼ ਕਰਕੇ, ਸਿੱਕਮ ਨੂੰ, ਸਾਡੇ ਰਸਤੇ ਨੂੰ ਯੂਜ਼ ਕਰਕੇ ਉਹਨੇ ਤਿੱਬਤ 'ਚ ਸੜਕਾਂ ਬਣਾ ਦਿੱਤੀਆਂ ਔਰ 1955 ਦੇ ਵਿੱਚ, 56 ਦੇ ਵਿੱਚ ਜਾ ਕੇ ਤਿੱਬਤ 'ਤੇ ਕਬਜ਼ਾ ਕਰ ਲਿਆ। ਚਾਈਨਾ ਸਾਡਾ ਕਦੀ ਵੀ ਪੜੋਸੀ ਨਹੀਂ ਰਿਹਾ, ਲੇਕਿਨ ਤਿੱਬਤ 'ਤੇ ਕਬਜ਼ਾ ਕਰਕੇ ਉਹ ਬਿਲਕੁਲ ਸਾਡਾ ਪੜੋਸੀ ਬਣ ਕੇ ਜ਼ਬਰਦਸਤੀ ਬੈਠ ਗਿਆ। 1962 ਦੇ ਵਿੱਚ ਉਹਨੇ ਸਾਡੇ 'ਤੇ ਹਮਲਾ ਕੀਤਾ। ਅਰੁਣਾਚਲ ਦਾ ਕਾਫੀ ਹਿੱਸਾ, ਅਰੁਣਾਚਲ ਦੇ ਵਿੱਚ ਨੇਫਾ ਦੇ ਵਿੱਚ ਉਹ 60 ਕਿਲੋਮੀਟਰ ਤੱਕ ਸਾਡੀ ਭਾਰਤ ਦੀ ਸੀਮਾ ਦੇ ਵਿੱਚ ਘੁਸਿਆ ਆਇਆ। ਔਰ ਪੂਰਬ ਦੇ ਵਿੱਚ ਲੱਦਾਖ ਦੇ ਵਿੱਚ ਅਕਸਾਈ ਚੀਨ ਜਿਹਨੂੰ ਕਹਿੰਦੇ ਨੇ, ਉੱਥੇ 40,000 ਸਕੁਅਰ ਕਿਲੋਮੀਟਰ ਜਗ੍ਹਾ ਦੇ ਉੱਪਰ ਉਹਨੇ ਅੱਜ ਵੀ ਕਬਜ਼ਾ ਕੀਤਾ ਹੋਇਆ 1962 ਦਾ। ਇੱਥੇ ਚਾਈਨਾ ਨਹੀਂ ਰੁਕਿਆ। ਚਾਈਨਾ 1962 ਤੋਂ ਲੈ ਕੇ 1975 ਦੇ ਵਿੱਚ ਚਾਈਨਾ ਨੇ ਕਈ ਵਾਰੀ ਸਾਡੀ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਕਈ ਵਾਰੀ ਕਬਜ਼ਾ ਕਰ ਵੀ ਸਕਿਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 2005 ਤੋਂ ਲੈ ਕੇ ਤੇ 2014 ਤੱਕ ਇਹ 9 ਸਾਲਾਂ ਦੇ ਵਿੱਚ ਹੀ ਚਾਈਨਾ 1-1 ਇੰਚ ਕਰਕੇ 700 ਕਿਲੋਮੀਟਰ ਜਗ੍ਹਾ ਦੇ ਉੱਪਰ ਸਾਡੀ 'ਤੇ ਕਬਜ਼ਾ ਕਰ ਬੈਠਾ ਔਰ ਅਸੀਂ ਬਿਲਕੁਲ ਸੁੱਤੇ ਰਹਿ ਗਏ। ਪਿਛਲੇ ਸਾਲ ਡੋਕਲਾਮ ਦੇ ਵਿੱਚ ਲਗਭਗ 2 ਮਹੀਨੇ ਸਾਡੀਆਂ ਸੈਨਾਵਾਂ ਉਹਦੇ ਸਾਹਮਣੇ ਆਮਨੇ-ਸਾਹਮਣੇ ਖੜੇ ਰਹੀਆਂ, ਲੇਕਿਨ 1 ਵੀ ਇੰਚ ਜਗ੍ਹਾ ਅਸੀਂ ਚਾਈਨਾ ਨੂੰ ਨਹੀਂ ਦਿੱਤੀ। ਸੇਮ ਉਹੀ ਸਿਚੁਏਸ਼ਨ ਹੁਣ ਲੱਦਾਖ ਦੇ ਵਿੱਚ ਚੱਲ ਰਹੀ ਸੀ। ਚਾਈਨਾ ਬਿਨਾਂ ਮਤਲਬ ਤੋਂ ਸਾਡੇ ਹਿੰਦੁਸਤਾਨ ਦੇ ਕੰਮਾਂ ਦੇ ਵਿੱਚ ਦਖਲ ਦਿੰਦਾ ਹੈ। ਜਦੋਂ ਭਾਰਤ ਨੂੰ UNO ਦੇ ਵਿੱਚ ਪਰਮਾਨੈਂਟ ਮੈਂਬਰ ਸਿਕਿਉਰਿਟੀ ਕੌਂਸਲ ਦਾ ਬਣਨ ਦੀ ਪਰਮਿਸ਼ਨ ਮਿਲਣ ਲੱਗੀ ਤਾਂ ਚਾਈਨਾ ਨੇ ਉਹਦੇ ਵਿੱਚ ਟੰਗ ਅੜਾ ਦਿੱਤੀ। ਜਦੋਂ ਭਾਰਤ ਨੇ ਅਸਦ ਮਸੂਦ ਵਰਗੇ ਇੱਕ ਆਤੰਕਵਾਦੀ ਨੂੰ ਅੰਤਰਰਾਸ਼ਟਰੀ ਟੈਰਰਿਸਟ ਘੋਸ਼ਿਤ ਕਰਨ ਦੀ ਘੋਸ਼ਣਾ ਕੀਤੀ ਤੇ ਚਾਈਨਾ ਨੇ ਉਦੋਂ ਵੀਟੋ ਪਾਵਰ ਯੂਜ਼ ਕੀਤੀ। ਜਦੋਂ ਅਸੀਂ ਪੁਲਵਾਮਾ ਹਮਲੇ ਤੋਂ ਬਾਅਦ, ਉਰੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਪਾਣੀ ਬੰਦ ਕਰਨ ਦੀ ਯੋਜਨਾ ਬਣਾਈ ਤਾਂ ਚਾਈਨਾ ਨੇ ਧਮਕੀ ਦਿੱਤੀ ਕਿ ਮੈਂ ਬ੍ਰਹਮਪੁੱਤਰ ਦਾ ਪਾਣੀ ਵੀ ਬੰਦ ਕਰਾਂਗਾ। ਕਹਿਣ ਦਾ ਮਤਲਬ ਕਿ ਸਾਡੇ ਹਰ ਕੰਮ ਦੇ ਵਿੱਚ ਚਾਈਨਾ ਪਿਛਲੇ ਬਹੁਤ ਸਾਲਾਂ ਤੋਂ ਸਾਨੂੰ ਤੰਗ ਕਰ ਰਿਹਾ। ਦੋਸਤੋ, ਬੜੀ ਸਪਸ਼ਟ ਗੱਲ ਹੈ, ਜਿਹੜਾ ਦੁਕਾਨਦਾਰ ਸਾਡੀ ਇੱਕ ਵਾਰੀ ਇਨਸਲਟ ਕਰੇਗਾ, ਸਾਡਾ ਨੁਕਸਾਨ ਪਹੁੰਚਾਏਗਾ, ਸਾਨੂੰ ਗਾਲ ਕੱਢੇਗਾ, ਅਸੀਂ ਦੁਬਾਰਾ ਉਸ ਦੁਕਾਨ 'ਤੇ ਸਮਾਨ ਲੈਣ ਨਹੀਂ ਜਾਂਦੇ। ਤਾਂ ਫਿਰ ਬਾਰ-ਬਾਰ ਅਸੀਂ ਚਾਈਨਾ ਦਾ ਸਮਾਨ ਕਿਉਂ ਪ੍ਰਯੋਗ ਕਰ ਰਹੇ ਹਾਂ? ਚਾਈਨਾ ਸਾਡੇ ਪੜੋਸੀਆਂ ਨੂੰ ਘੇਰ ਰਿਹਾ, ਸਾਡੇ ਪੜੋਸ ਦੇ ਵਿੱਚ ਕਬਜ਼ਾ ਕਰ ਰਿਹਾ। ਪਾਕਿਸਤਾਨ ਨੂੰ ਉਹਨੇ ਕਰਜ਼ ਦੇ ਕੇ ਆਪਣਾ ਕਰਜ਼ਾਈ ਬਣਾ ਦਿੱਤਾ। ਪਾਕਿਸਤਾਨ ਦੇ ਵਿੱਚ ਲਗਭਗ ਚਾਈਨਾ ਦੀ ਸਰਕਾਰ ਚੱਲ ਰਹੀ ਹੈ। ਮਾਲਦੀਵ ਦੇ ਵਿੱਚ, ਸ਼੍ਰੀਲੰਕਾ ਨੂੰ ਉਹਨੇ ਕਰਜ਼ਾਈ ਬਣਾ ਦਿੱਤਾ, ਬੰਗਲਾਦੇਸ਼ ਨੂੰ ਉਹਨੇ ਕਰਜ਼ਾਈ ਬਣਾ ਦਿੱਤਾ, ਨੇਪਾਲ ਨੂੰ ਕਰਜ਼ਾ ਦੇ ਕੇ ਉਹਨੇ ਭਾਰਤ ਦੇ ਖਿਲਾਫ ਕਰ ਦਿੱਤਾ। ਚਾਈਨਾ ਬੜੀ ਸਾਜ਼ਿਸ਼ ਦੇ ਅੰਤਰਗਤ ਸਾਡੇ ਦੇਸ਼ ਦੇ ਉੱਪਰ ਕਬਜ਼ਾ, ਆਸ-ਪਾਸ ਸਾਡੇ ਪੜੋਸੀਆਂ ਦੇ ਉੱਪਰ ਕਬਜ਼ਾ ਕਰ ਰਿਹਾ ਔਰ ਦਿਨ ਪ੍ਰਤੀ ਦਿਨ ਉਹਦੀ ਇੱਕੋ ਹੀ ਮਨਸ਼ਾ ਹੈ ਕਿ ਭਾਰਤ ਵਰਗੇ ਵਿਕਸਿਤ ਦੇਸ਼ ਨੂੰ ਪਰੇਸ਼ਾਨ ਕੀਤਾ ਜਾਵੇ। ਜੇ ਦੋਸਤੋ ਚਾਈਨਾ ਦਾ ਨਕਸ਼ਾ ਤੁਸੀਂ ਅੱਜ ਦੇਖੋ ਔਰ ਪਿਛਲੇ 100 ਸਾਲ ਪੁਰਾਣਾ ਚਾਈਨਾ ਦਾ ਨਕਸ਼ਾ ਦੇਖੋ ਤਾਂ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਚਾਈਨਾ ਓਰੀਜਨਲੀ ਸਿਰਫ 30% ਜਗ੍ਹਾ ਉਹਦੀ ਆਪਣੀ ਹੈ, ਬਾਕੀ 70% ਜਗ੍ਹਾ ਜੋ ਅੱਜ ਤੁਸੀਂ ਚਾਈਨਾ ਦੀ ਦੇਖ ਰਹੇ ਹੋ ਨਕਸ਼ੇ ਦੇ ਵਿੱਚ, ਉਹ ਸਾਰੀ ਉਹਨੇ ਕਬਜ਼ਾ ਕੀਤੀ ਹੋਈ ਹੈ। ਚਾਈਨਾ ਦਾ ਇੱਕੋ ਏਜੰਡਾ ਦੁਨੀਆ ਦੇ ਵਿੱਚ ਰਾਜ ਕਰਨਾ, ਕਮਿਊਨਿਸਟ ਸ਼ਾਸਨ ਕਰਨਾ, ਕਮਿਊਨਿਸਟ ਸ਼ਾਸਨ ਨੂੰ ਵਧਾਉਣਾ। ਸਾਡੇ ਦੇਸ਼ ਦੇ ਵਿੱਚ
ਛੋਟੇ ਛੋਟੇ ਉਦਯੋਗਾਂ ਨੂੰ ਪਹਿਲੇ ਉਹਨੇ ਹਮਲਾ ਕੀਤਾ, ਫਿਰ ਵੱਡੀਆਂ ਵੱਡੀਆਂ ਫੈਕਟਰੀਆਂ ਨੂੰ ਹਮਲਾ ਕੀਤਾ। ਅੱਜ ਦੇਸ਼ ਦੀ ਇੰਡਸਟਰੀ ਨੂੰ ਕਾਫੀ ਹੱਦ ਤੱਕ ਉਹ ਤਬਾਹ ਕਰ ਬੈਠਾ ਹੋਇਆ। ਸਾਡਾ ਸਾਰਿਆਂ ਦਾ ਅੱਜ ਇਹ ਪ੍ਰਣ ਲੈਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਿ ਅਸੀਂ ਚਾਈਨਾ ਦਾ ਕੰਪਲੀਟ ਬਾਈਕਾਟ ਕਰੀਏ, ਚਾਈਨਾ ਨੂੰ ਇੱਕ ਸਬਕ ਸਿਖਾਈਏ, ਚਾਈਨਾ ਨੂੰ ਪਰੇਸ਼ਾਨ ਕਰੀਏ। ਚਾਈਨਾ ਪਰੇਸ਼ਾਨ ਕਿਉਂ ਆ ਸਾਡੇ ਦੇਸ਼ ਤੋਂ? ਚਾਈਨਾ ਬਾਰ-ਬਾਰ ਸਾਡੇ ਨਾਲ ਪੰਗਾ ਕਿਉਂ ਲੈਂਦਾ? ਚਾਈਨਾ ਬਾਰ-ਬਾਰ ਸਾਡੀ ਸੀਮਾ ਦੇ ਉੱਪਰ ਆਕਰਮਣ ਕਿਉਂ ਕਰਦਾ? ਇਹਦੇ ਪਿੱਛੇ ਜੋ ਸੱਚਾਈ ਇਹ ਹੈ ਕਿ ਭਾਰਤ ਦਾ ਜਿਸ ਤਰ੍ਹਾਂ ਵਿਸ਼ਵ ਦੇ ਵਿੱਚ ਵਿਸ਼ਵ ਗੁਰੂ ਦਾ ਦਰਜਾ ਵੱਧ ਰਿਹਾ ਧੀਰੇ ਧੀਰੇ, ਜਿਸ ਤਰ੍ਹਾਂ ਭਾਰਤ ਦੇ ਵਿਸ਼ਵ ਦੀਆਂ ਦੋ ਮਹਾਨ ਸ਼ਕਤੀਆਂ ਰਸ਼ੀਆ ਔਰ ਅਮਰੀਕਾ ਨਾਲ ਅੱਛੇ ਸੰਬੰਧ ਬਣ ਗਏ ਨੇ, ਚਾਈਨਾ ਕੋਲੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਜਿਸ ਤਰ੍ਹਾਂ ਭਾਰਤ ਪਿਛਲੇ ਕੁਝ ਸਮੇਂ ਦੇ ਵਿੱਚ ਦੁਨੀਆ ਦੀ ਚੌਥੀ ਆਰਥਿਕ ਮਹਾਸ਼ਕਤੀ ਬਣ ਗਈ ਹੈ, ਭਾਰਤ ਦੀ ਜਿਹੜੀ GDP ਹੈ ਚੌਥੇ ਨੰਬਰ ਤੇ ਵਰਲਡ ਦੇ ਵਿੱਚ ਪਹੁੰਚ ਗਈ ਹੈ, ਇਹ ਚੀਜ਼ਾਂ ਚਾਈਨਾ ਕੋਲੋਂ ਬਰਦਾਸ਼ਤ ਨਹੀਂ ਹੋ ਰਹੀਆਂ। ਦੋਸਤੋ, ਅਸੀਂ ਜੇ ਪ੍ਰਣ ਕਰ ਲਈਏ ਕਿ ਚਾਈਨਾ ਦਾ ਸਮਾਨ ਨਹੀਂ ਇਸਤੇਮਾਲ ਕਰਾਂਗੇ ਤਾਂ ਚਾਈਨਾ ਬਹੁਤ ਜਲਦੀ ਸੜਕ ਦੇ ਉੱਪਰ ਆ ਜਾਏਗਾ। ਚਾਈਨਾ ਦੀ ਬਹੁਤ ਵੱਡੀ ਵੀਕਨੈਸ ਹੈ ਉੱਥੇ ਦੀ ਆਬਾਦੀ। ਚਾਈਨਾ ਦੀ ਪਾਪੂਲੇਸ਼ਨ ਦੇ ਵਿੱਚ 70% ਲੋਕ ਜਿਹੜੇ ਨੇ, ਉਸ 70% ਲੋਕ ਜਿਹੜੇ ਨੇ ਉਹ ਇਸ ਸਮੇਂ 60-65 ਸਾਲ ਦੀ ਉਮਰ ਦੇ ਉੱਪਰ ਪਾਰ ਕਰ ਚੁੱਕੇ ਨੇ, ਜਦਕਿ ਭਾਰਤ ਦੀ ਤਾਕਤ ਹੈ ਯੁਵਾ ਸ਼ਕਤੀ। ਭਾਰਤ ਦੀ 70% ਆਬਾਦੀ ਜਿਹੜੀ ਹੈ ਉਹ 35 ਸਾਲ ਤੋਂ ਥੱਲੇ ਦੀ ਹੈ। ਇਸ ਕਰਕੇ ਜੇ ਅਸੀਂ ਪ੍ਰਣ ਲੈ ਲਈਏ ਆਤਮ ਨਿਰਭਰ ਭਾਰਤ ਬਣਨ ਦਾ, ਤਾਂ ਚਾਈਨਾ ਨੂੰ ਬੜੀ ਜਲਦੀ ਅਸੀਂ ਵਰਲਡ ਲੈਵਲ ਤੇ ਬੀਟ ਕਰ ਸਕਦੇ ਹਾਂ। ਅੱਜ ਆਪਾਂ ਇੱਕੋ ਹੀ ਆਪਣੇ ਸ਼ਰਧਾਂਜਲੀ ਦੇਣੀ ਹੈ ਆਪਣੇ ਲੱਦਾਖ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਕਿ ਅਸੀਂ ਚਾਈਨਾ ਦੀ ਇੱਕ ਵੀ ਚੀਜ਼ ਨੂੰ ਇਸਤੇਮਾਲ ਨਹੀਂ ਕਰਾਂਗੇ। ਮੈਂ ਜਾਪਾਨ ਦੀ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ। 1945-46 ਦੇ ਵਿੱਚ ਸੈਕੰਡ ਵਰਲਡ ਵਾਰ ਦੇ ਵੇਲੇ ਜਾਪਾਨ ਦੇ ਉੱਪਰ ਅਮਰੀਕਾ ਨੇ ਐਟਮ ਬੰਬ ਦਾ, ਪਰਮਾਣੂ ਬੰਬਾਂ ਦਾ ਹਮਲਾ ਕੀਤਾ ਸੀ ਨਾਗਾਸਾਕੀ ਔਰ ਹੀਰੋਸ਼ੀਮਾ ਦੇ ਉੱਪਰ। ਉਸ ਦਿਨ ਤੋਂ ਲੈ ਕੇ ਅੱਜ ਤੱਕ ਪਿਛਲੇ 75 ਸਾਲ ਦੇ ਵਿੱਚ ਅਮਰੀਕਾ ਨੇ ਤਰੱਕੀ ਜਿੰਨੀ ਮਰਜ਼ੀ ਕਰ ਲਈ ਹੋਏ, ਲੇਕਿਨ ਉਹ ਜਾਪਾਨ ਨੂੰ ਇੱਕ ਸੂਈ ਵੇਚਣ ਦੇ ਵਿੱਚ ਵੀ ਕਾਮਯਾਬ ਨਹੀਂ ਹੋਇਆ। ਜਾਪਾਨ ਦੇ ਵਿੱਚ ਅੱਜ ਅਮਰੀਕਾ ਦੀ ਬਣੀ ਇੱਕ ਵੀ ਚੀਜ਼ ਨਹੀਂ ਵਿਕਦੀ, ਜਦਕਿ ਜਾਪਾਨ ਦੀਆਂ ਬਣੀਆਂ ਹੋਈਆਂ ਚੀਜ਼ਾਂ ਅਮਰੀਕਾ 'ਚ ਸ਼ਰੇਆਮ ਵਿਕ ਰਹੀਆਂ। ਪਿੱਛੇ ਜੀ ਅਮਰੀਕਾ ਦੇ ਰਾਸ਼ਟਰਪਤੀ ਨੇ ਬੜਾ ਦੁਖੀ ਹੋ ਕੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਇਸ ਸਮੇਂ 15% ਕਾਰਾਂ ਜਿਹੜੀਆਂ ਉਹ ਜਾਪਾਨ ਦੀਆਂ, ਔਰ ਜਾਪਾਨ ਦੇ ਵਿੱਚ 1% ਕਾਰ ਵੀ ਅਮਰੀਕਾ ਦੀ ਨਹੀਂ ਹੈ। ਜਾਪਾਨ ਦੇ ਲੋਕ ਬੜੇ ਸਵਾਭਾਵੀ ਨੇ, ਉਹਨਾਂ ਨੂੰ ਯਾਦ ਹੈ ਕਿ ਉਹ ਅਮਰੀਕਾ ਨੇ ਸਾਡੇ ਉੱਪਰ ਹਮਲਾ ਕੀਤਾ ਸੀ, ਸਾਡੇ ਲੋਕਾਂ ਨੂੰ ਮਾਰਿਆ ਸੀ, ਔਰ ਇਸ ਕਰਕੇ ਉਹਦਾ ਬਦਲਾ ਉਹ ਇਸ ਤਰ੍ਹਾਂ ਲੈ ਰਹੇ ਨੇ ਕਿ ਅਮਰੀਕਾ ਦੀ ਹਰ ਚੀਜ਼ ਦਾ ਬਹਿਸ਼ਕਾਰ ਕਰਦੇ ਹਨ। ਕੀ ਅਸੀਂ ਭਾਰਤੀ ਲੋਕ 1962 ਦਾ ਬਦਲਾ ਨਹੀਂ ਲੈ ਸਕਦੇ? ਕੀ ਅਸੀਂ ਲੱਦਾਖ ਦੇ ਵਿੱਚ ਸ਼ਹੀਦ ਹੋਏ ਸਾਡੇ ਜਵਾਨਾਂ ਦੀ ਮੌਤ ਦਾ ਬਦਲਾ ਨਹੀਂ ਲੈ ਸਕਦੇ? ਲੈ ਸਕਦੇ ਹਾਂ। ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਇੱਕ ਵੀ ਚਾਈਨਾ ਦੀ ਚੀਜ਼ ਦਾ ਇਸਤੇਮਾਲ ਨਹੀਂ ਕਰਾਂਗੇ। ਮੇਰੇ ਦੁਕਾਨਦਾਰ ਭਾਈਆਂ ਨੂੰ, ਇੰਡਸਟਰੀस्टां ਨੂੰ ਨਿਵੇਦਨ है कि वो जगह जगह पे लिख के रहन कि यहाँ चाइना का सामान नहीं बिकता, वी डोंट सेल चाइनीज गुड्स। तो इस तरह भारत जल्दी आत्मनिर्भर भी बनेगा और चाइना को एक सबक भी मिलेगा। धन्यवाद। भारत माता की जय। जय हिंद।